ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਤੁਹਾਡੀ ਆਪਣੀ ਜੋਤੀ, ਕਹਾਣੀ ਜ਼ਿੰਦਗੀ ਦੀ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫਿਰ ਤੁਹਾਡੀ ਸੇਵਾ ਦੇ ਵਿੱਚ। ਅੱਜ ਕਹਾਣੀ ਜ਼ਿੰਦਗੀ ਦੇ ਵਿੱਚ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ, ਬਹੁਤ ਹੀ ਸੈਂਸਿਟਿਵ ਵਿਸ਼ਾ ਜਿਹਦੇ ਉੱਪਰ ਅਸੀਂ ਗੱਲਬਾਤ ਕਰਾਂਗੇ। ਇਹਦੇ ਬਾਰੇ ਗੱਲ ਕਰਨੀ ਬਹੁਤ ਹੀ ਜ਼ਰੂਰੀ ਆ, ਕਿਉਂਕਿ ਸਾਡੀਆਂ ਜਿੰਨੀਆਂ ਵੀ ਲੇਡੀਜ਼ ਆ, ਸਾਡੀਆਂ ਫੀਮੇਲਸ ਆ, ਉਹ ਇਸ ਚੀਜ਼ ਦਾ ਸ਼ਿਕਾਰ ਹੋ ਰਹੀਆਂ ਆ। ਘਰ ਘਰ ਇਹ ਚੀਜ਼ ਹੋ ਰਹੀ ਆ, ਖਾਸ ਕਰਕੇ ਅੱਜ ਕੱਲ੍ਹ ਸਾਰੇ ਕੰਮਾਂ ਤੋਂ ਪਹਿਲੇ ਬੈਠੇ ਆ, ਘਰ ਵਿੱਚ ਆ ਸਾਰੇ ਜਾਣੇ। ਡੋਮੈਸਟਿਕ ਵਾਇਲੈਂਸ ਕੀ ਆ, ਕਿਹਨੂੰ ਕਹਿੰਦੇ ਆ ਡੋਮੈਸਟਿਕ ਵਾਇਲੈਂਸ, ਕਿਵੇਂ ਸਾਡੀਆਂ ਕੁੜੀਆਂ ਇਸ ਚੀਜ਼ ਦਾ ਸ਼ਿਕਾਰ ਹੁੰਦੀਆਂ ਆ, ਉਹਦੇ ਬਾਰੇ ਗੱਲਬਾਤ ਕਰਨਗੇ ਅੱਜ ਮੇਰੇ ਨਾਲ ਜਿਹੜੇ ਮੇਰੇ ਅੱਜ ਗੈਸਟ ਹੈਗੇ ਆ ਨਰਿੰਦਰ। ਉਹ ਸਾਨੂੰ ਸਾਰਾ ਐਕਸਪਲੇਨ ਕਰਨਗੇ ਕਿ ਡੋਮੈਸਟਿਕ ਵਾਇਲੈਂਸ ਕੀ ਹੈਗੀ ਆ, ਕਿਉਂ ਹੁੰਦਾ ਡੋਮੈਸਟਿਕ ਵਾਇਲੈਂਸ ਦੀਆਂ ਸ਼ਿਕਾਰ ਸਾਡੀਆਂ ਕੁੜੀਆਂ, ਤੇ ਨਾਲ ਕਿੰਨੀ ਟਾਈਪ ਦੀ ਹੁੰਦੀ ਹੈ ਡੋਮੈਸਟਿਕ ਵਾਇਲੈਂਸ। ਆਮ ਅਸੀਂ ਜਦੋਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰਦੇ ਹਾਂ ਤੇ ਸਾਡੇ ਜ਼ਿਹਨ ਵਿੱਚ, ਸਾਡੇ ਦਿਮਾਗ ਵਿੱਚ ਇੱਕ ਗੱਲ ਆਉਂਦੀ ਆ, ਡੰਡਾ ਚੁੱਕਿਆ ਤੇ ਮਾਰਿਆ, ਮਾਰਨਾ ਕੁੱਟਣਾ। ਸਿਰਫ ਇਹਨੂੰ ਹੀ ਡੋਮੈਸਟਿਕ ਵਾਇਲੈਂਸ ਨਹੀਂ ਕਹਿੰਦੇ। ਡੋਮੈਸਟਿਕ ਵਾਇਲੈਂਸ ਦੇ ਵਿੱਚ ਹੋਰ ਵੀ ਬਹੁਤ ਤਰੀਕੇ ਆ ਜਿਹਦੇ ਨਾਲ ਤੁਸੀਂ ਇਨਸਾਨ ਨੂੰ ਦੁੱਖ ਪਹੁੰਚਾਉਂਦੇ ਹੋ। ਉਹਨਾਂ ਨੂੰ ਤੰਗ ਕਰਨ ਦੇ ਤਰੀਕੇ ਬੜੇ ਅਲੱਗ-ਅਲੱਗ ਹੁੰਦੇ ਆ। ਉਹਨਾਂ ਸਾਰਿਆਂ ਦੇ ਬਾਰੇ ਗੱਲ ਕਰਨਗੇ ਨਰਿੰਦਰ। ਤੇ ਨਰਿੰਦਰ, ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੇਰੇ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਨਰਿੰਦਰ। ਤੁਹਾਡੇ ਕੋਲ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦੀ ਹਾਂ ਕਿ ਡੋਮੈਸਟਿਕ ਵਾਇਲੈਂਸ ਜਿਹਦੀ ਆਪਾਂ ਗੱਲ ਕਰਨ ਜਾ ਰਹੇ ਹਾਂ, ਤੁਸੀਂ ਉਹਦੇ ਐਕਸਪਰਟ ਹੋ, ਤੁਸੀਂ ਮਤਲਬ ਕਿੱਦਾਂ ਕੋਈ ਕੋਰਸ ਕੀਤਾ ਹੈਗਾ ਇਹਦੇ ਬਾਰੇ? ਹਾਂਜੀ, ਅਸੀਂ ਕੋਰਸਿਸ ਕੀਤੇ ਆ ਡੋਮੈਸਟਿਕ ਵਾਇਲੈਂਸ ਦੇ, ਕਿ ਸਾਨੂੰ ਪਤਾ ਹੈ ਕਿ ਸੋ ਕਈ ਤਰ੍ਹਾਂ ਦੇ ਕੋਰਸਿਸ ਕੀਤੇ ਆ ਜੀ। ਸੋ ਅਸੀਂ ਜਦੋਂ ਕਿਸੇ ਨੂੰ ਸਪੋਰਟ ਕਰਦੇ ਹਾਂ, ਟਰੋਮਾ ਇਨਫੋਰਮਡ ਅਪਰੋਚ ਕਰਦੇ ਹਾਂ, ਸਾਨੂੰ ਪਤਾ ਹੈ ਕਿ ਉਸ ਇਨਸਾਨ ਨੂੰ ਕਾਫੀ ਟਰੋਮਾ ਹੋਇਆ ਹੁੰਦਾ ਜੋ ਕੁਛ ਉਹਨਾਂ ਨਾਲ ਹੋਇਆ ਹੈ। ਸੋ ਅਸੀਂ ਉਹਦਾ ਵੀ ਕੀਤਾ, ਡੋਮੈਸਟਿਕ ਵਾਇਲੈਂਸ ਦਾ ਵੀ ਕੋਰਸ ਕੀਤਾ ਆ। ਅਸੀਂ ਸਾਰੇ ਅਸੈਸਮੈਂਟ ਬਾਰੇ ਸਾਨੂੰ ਪਤਾ ਕਿ ਕਿਹੜੇ ਅਸੈਸਮੈਂਟ ਕਰੀਦੇ ਆ ਜੀ। ਤੇ ਤੁਹਾਨੂੰ ਜਦੋਂ ਕੋਈ ਕੋਲ ਆਉਂਦੀ ਆ, ਸੇ ਫॉर ਐਗਜ਼ਾਮਪਲ ਮੈਂ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਆ, ਮੈਂ ਤੁਹਾਨੂੰ ਫੋਨ ਕਰ ਰਹੀ ਹਾਂ, ਮੇਰਾ ਕਿੱਥੇ ਤੱਕ ਉਹ ਜਿਹੜੀ ਮੇਰੀ ਗੱਲ ਹੈਗੀ ਕੌਨਫੀਡੈਂਸ਼ੀਅਲ ਰਹਿੰਦੀ ਆ ਵੀ ਤੁਸੀਂ ਕਿਸੇ ਨੂੰ ਨਹੀਂ ਦੱਸੋਗੇ, ਮੈਂ ਕਿੱਦਾਂ ਤੁਹਾਡੇ 'ਤੇ ਯਕੀਨ ਕਰ ਸਕਦੀ ਹਾਂ? ਹਾਂਜੀ, ਨੋ ਐਬਸੋਲੂਟਲੀ। ਜਿਹੜੇ ਵੀ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ, ਸੋ ਸਾਡਾ ਆਰਗੇਨਾਈਜੇਸ਼ਨ ਹੈਗਾ ਸਿੱਖ ਵਿਮਨਸ ਐਕਸ਼ਨ ਨੈਟਵਰਕ ਜੀ। ਸਾਨੂੰ ਸਵਾਨ ਆਮ ਤੌਰ ਲੋਕੀ ਕਹਿ ਕੇ ਤਾਂ ਬੁਲਾਉਂਦੇ ਆ ਜੀ। ਤਾਂ ਅਸੀਂ GDPR ਅਕੋਰਡਿੰਗ ਟੂ ਅਸੀਂ ਜਿਹੜਾ ਕੋਈ ਵੀ ਇਨਫੋਰਮੇਸ਼ਨ ਕਿਸੇ ਨੇ ਦੱਸਿਆ ਸਾਨੂੰ ਬਿਲਕੁਲ ਕੰਫੀਡੈਂਸ਼ੀਅਲ ਹੁੰਦਾ ਹੈ। ਬਸ ਅਸੀਂ ਐਕਚੁਅਲੀ ਫੋਰਮ ਵੀ ਸਾਈਨ ਕਰਾਉਂਦੇ ਆ ਉਹਨਾਂ ਨੂੰ ਦੱਸਣ ਨੂੰ ਕਿ ਜਿਹੜੀ ਆਪਣੀ ਆਪਸ ਵਿੱਚ ਕੋਈ ਗੱਲ ਹੋਈ ਆਪਣੀ ਆਪਸ ਵਿੱਚ ਹੀ ਰਹੂਗੀ। ਓਨਲੀ ਟਾਈਮ ਅਸੀਂ ਉਹ GDPR ਬ੍ਰੇਕ ਕਰਨਾ ਆ ਜਿੱਦਾਂ ਜੇ ਸਾਨੂੰ ਕਦੇ ਲੱਗਾ ਕਿ ਉਸ ਪਰਸਨ ਦੀ ਜਾਨ ਖਤਰੇ ਦੇ ਵਿੱਚ, ਉਸ ਵੇਲੇ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਉਸ ਵੇਲੇ ਜੇ ਸਾਨੂੰ ਲੱਗਦਾ ਆ ਕਿ ਇਸ ਟਾਈਮ ਸੋ ਸਾਨੂੰ ਸੇਫ ਰੱਖਣ ਨੂੰ ਸਾਨੂੰ GDPR ਦੇ ਰੂਲ ਬ੍ਰੇਕ ਕਰਨੇ ਪਏ, ਤਦੇ ਅਸੀਂ ਬ੍ਰੇਕ ਕਰੋਗੇ ਜੀ। ਸਾਡੀ ਸਾਰੀ ਸਟਾਫ DBS ਚੈੱਕਡ ਹੈ ਨਾਲੇ ਜੀ। ਸੋ ਆਈ ਥਿੰਕ ਇਟਸ ਰੀਲੀ ਇੰਪੋਰਟੈਂਟ ਟੂ ਐਕਸਪਰਟ ਇਨ ਯੂਰ ਟੀਮ। ਸਾਰੇ ਦੇ ਸਾਰੇ ਐਕਸਪਰਟ ਹੈਗੇ ਆ ਜਿਨ੍ਹਾਂ ਨੂੰ ਪਤਾ ਇਸ ਚੀਜ਼ ਨਾਲ ਕਿੱਦਾਂ ਡੀਲ। ਤੇ ਤੁਹਾਨੂੰ ਕੀ ਲੱਗਦਾ ਆ ਵੀ ਜਿਹੜਾ ਡੋਮੈਸਟਿਕ ਵਾਇਲੈਂਸ ਕਿਹਨਾਂ ਵਿੱਚ ਜ਼ਿਆਦਾ ਪਾਇਆ ਜਾਂਦਾ ਆ? ਕਿਹੜੀ ਮਤਲਬ ਸੁਸਾਇਟੀ ਵਿੱਚ, ਕੋਈ ਏਦਾਂ ਖਾਸ ਸੁਸਾਇਟੀ ਵਿੱਚ ਜ਼ਿਆਦਾ ਪਾਇਆ ਜਾਂਦਾ, ਜਾਂ ਕਹਿ ਲਓ ਸਿਰਫ ਆਪਣੀ ਸਿੱਖ ਸੁਸਾਇਟੀ 'ਚ ਜ਼ਿਆਦਾ, ਜਾਂ ਹੋਰ ਕਮਿਊਨਿਟੀਆਂ ਵਿੱਚ ਵੀ ਸਾਡੀਆਂ ਲੇਡੀਜ਼ ਜਿੰਨੇ ਵੀ ਹੈਗੇ ਆ ਜ਼ਿਆਦਾ ਸਫਰ ਕਰਦੇ ਹੈਗੇ ਆ? ਸੋ ਡੋਮੈਸਟਿਕ ਵਾਇਲੈਂਸ ਹਰੇਕ ਕਮਿਊਨਿਟੀ ਵਿੱਚ ਹੁੰਦਾ ਹੈ, ਪਰ ਜਿੱਦਾਂ ਹੁਣ ਸਾਡੇ ਜਿਹੜੇ ਕੇਸਿਸ ਆ, ਸਾਡਾ ਨਾਮ ਹੈਗਾ ਸਿੱਖ ਵਿਮਨਸ ਐਕਸ਼ਨ ਨੈਟਵਰਕ। 90% ਤੋਂ ਜ਼ਿਆਦਾ ਸਾਡੇ ਜਿਹੜੇ ਕੇਸਿਸ ਆਉਂਦੇ ਆ ਸਿੱਖ ਕਮਿਊਨਿਟੀ 'ਚੋਂ ਆਉਂਦੇ ਆ। 90% ਜਿਹੜੇ ਆਉਂਦੇ ਆ ਸਿੱਖ ਕਮਿਊਨਿਟੀ ਤੋਂ? ਹਾਂਜੀ। ਜਿੱਦਾਂ ਨਰਿੰਦਰ ਨੇ ਹੁਣੇ ਦੱਸਿਆ, ਦਿਸ ਇਜ਼ ਵੈਰੀ ਸ਼ੌਕਿੰਗ। ਐਸ ਮੈਨੂੰ ਵੀ ਐਕਚੁਅਲੀ ਥੋੜ੍ਹਾ ਜਿਹਾ ਸੁਣ ਕੇ ਝਟਕਾ ਲੱਗਾ ਕਿ ਸਾਡੀ ਜਿਹੜੀ ਸਿੱਖ ਕਮਿਊਨਿਟੀ ਦੇ ਵਿੱਚ ਡੋਮੈਸਟਿਕ ਵਾਇਲੈਂਸ ਜਿਹੜੀ 90% ਇਹ ਵੱਧ ਚੁੱਕੀ ਆ, ਜਿਨ੍ਹਾਂ ਵਿੱਚ ਜ਼ਿਆਦਾ ਕੇਸ ਹੁੰਦੇ ਆ। ਕਿੱਦਾਂ ਦੇ ਕੇਸ ਆਉਂਦੇ ਆ ਤੁਹਾਡੇ ਸਾਹਮਣੇ, ਮਤਲਬ ਕਿਹੜੀਆਂ ਗੱਲਾਂ ਹੁੰਦੀਆਂ ਆ? ਜਾਂ ਸਾਡੇ ਕੇਸਿਸ ਬਹੁਤ ਤਰ੍ਹਾਂ, ਐਵਰੀ ਸਿੰਗਲ ਕੇਸ ਅਲੱਗ-ਅਲੱਗ ਹੁੰਦਾ ਹੈ, ਕੋਈ ਇੱਕ ਕੇਸ ਦੂਸਰੇ ਕੇਸ ਦੇ ਸੇਮ ਨਹੀਂ ਹੈਗਾ ਜੀ। So I can talk to you about different types of domestic abuse ਕੀ ਹੈਗਾ ਕਰਕੇ। ਆਮ ਤੌਰ ਲੋਕੀ ਸੋਚਦੇ ਆ ਕਿ ਡੋਮੈਸਟਿਕ ਅਬਿਊਜ਼ ਇਹ ਹੀ ਆ ਜੇ ਕਿਸੇ ਨੂੰ ਥੱਪੜ ਮਾਰਿਆ ਜਾਂ ਕੁੱਟਿਆ ਮਾਰਿਆ ਉਹੀ ਆ, ਪਰ ਡੋਮੈਸਟਿਕ ਵਾਇਲੈਂਸ ਉਹ ਕਾਫੀ ਵੱਧ ਆ ਜੀ। So can I just share with you the different types? ਹਾਂਜੀ, ਆਪਣੇ ਕਿਹੜੀਆਂ ਕਿੱਦਾਂ ਦੀ ਤਰ੍ਹਾਂ ਦਾ ਡੋਮੈਸਟਿਕ ਵਾਇਲੈਂਸ? ਜਿੱਦਾਂ ਮੈਂ
ਪਹਿਲਾਂ ਵੀ ਸਾਰਿਆਂ ਨੂੰ ਇਹ ਗੱਲ ਕਹੀ ਸੀ ਕਿ ਡੋਮੈਸਟਿਕ ਵਾਇਲੈਂਸ ਕਈ ਤਰ੍ਹਾਂ ਦੀ ਹੈਗੀ ਆ। ਹਾਂਜੀ ਸਿਰਫ ਡੰਡਾ ਚੁੱਕ ਕੇ ਜਾਂ ਜੁੱਤੀਆਂ ਚੁੱਕ ਕੇ ਮਾਰਨਾ ਜਿਹਨੂੰ ਡੋਮੈਸਟਿਕ ਵਾਇਲੈਂਸ ਨਹੀਂ ਕਹਿ ਦਿੰਦੇ। ਕਿੰਨੀ ਕਿਸਮ ਦੀ ਡੋਮੈਸਟਿਕ ਵਾਇਲੈਂਸ ਹੁੰਦੀ ਆ? So there's many different types. So ਜੀ। if I go through them, so ਇੱਕ ਹੈਗਾ ਆ obviously physical abuse. ਜੀ। Physical abuse ਹੈਗਾ ਆ ਜਿਹਦਾ ਜਦੋਂ ਤੁਸੀਂ ਕਿਸੇ ਨੂੰ ਤੇ ਹੱਥ ਹੱਥ ਚੱਕਣਾ, ਚੁੱਕਦੇ ਆ, ਮਾਰਦੇ ਉਹਨਾਂ ਆ। ਨੂੰ ਮਾਰਨਾ, ਜੀ। ਹਨਾ, ਜਾਂ ਕਿਸੇ ਨੂੰ ਇਸ ਗੱਲ ਦਾ ਡਰ ਹੁੰਦਾ ਹੈ ਜਿੱਦਾਂ ਫੋਰ ਐਗਜ਼ਾਮਪਲ ਬੇਸ਼ੱਕ ਤੁਸੀਂ ਫਿਜ਼ੀਕਲੀ ਉਹਨਾਂ ਨੂੰ ਨਹੀਂ ਮਾਰਿਆ, ਲਾਈਕ ਫੋਰ ਐਗਜ਼ਾਮਪਲ ਤੁਸੀਂ ਇੱਥੇ ਬੈਠੇ ਆ, Yeah. ਜੇ ਮੇਰੇ ਹੱਥ ਵਿੱਚ ਡੰਡਾ ਆ, Yeah. ਮੈਂ ਤੁਹਾਨੂੰ ਡਰਾਉਣ ਲਈ ਤੁਹਾਡੇ ਕੰਧ ਵਿੱਚ ਜੋ ਨਾ ਡੰਡਾ ਹਾਂ। ਮਾਰਿਆ ਤਾਂ Yeah. ਤੁਹਾਨੂੰ ਲੱਗਦਾ ਕਿ ਤੁਹਾਨੂੰ ਸੱਟ ਮਤਲਬ ਲੱਗਣੀ ਹੈ। ਜਾਣ ਕੇ ਕਹਿ ਦੋ, ਜੇ ਕੋਈ ਚੀਜ਼ ਫੜੀ ਆ ਤੁਸੀਂ ਜ਼ਮੀਨ ਤੇ ਮਾਰ ਦਿੱਤੀ, ਸਾਹਮਣੇ ਮਾਰ ਦਿੱਤੀ, Yeah. ਕੁਝ ਮਾਰ ਕੇ ਡਰਾਣਾ ਪਈ, ਮੈਂ ਜੇ ਇੱਥੇ ਮਾਰ ਸਕਦਾ ਆ, ਮੈਂ ਤੈਨੂੰ ਵੀ ਮਾਰ ਸਕਦਾ, Yeah. ਮਤਲਬ ਇਹ ਕਹਿ ਕੇ ਵੀ ਡਰਾਣਾ। Yes. So physically ਤੁਹਾਨੂੰ ਹੁੰਦਾ ਆ ਕਿ ਮੈਨੂੰ ਸ਼ਾਇਦ ਡੰਡਾ ਲੱਗਣ ਲੱਗਾ ਹੈ। Yes. So ਉਹ ਵੀ physical ਤੁਹਾਨੂੰ violence ਡਰ ਹੁੰਦੀ, even ਲੱਗਦਾ ਜੋ ਤੁਸੀਂ physically contact ਨਹੀਂ ਬਣਾਇਆ ਵਿਕਟਿਮ ਦੇ ਨਾਲ, Yeah. ਜਿਹੜਾ ਤੁਸੀਂ ਉਸ ਪਰਸਨ ਨੂੰ ਡਰਾਇਆ ਆ ਕਿ Yes. ਤੁਹਾਡੇ ਲੱਗਣ ਲੱਗੀ ਆ, Yeah. ਉਹ ਵੀ ਉਹ physical ਵੀ violence ਹੁੰਦਾ ਹੈ। ਹੈ violence। ਸੋ ਦੂਸਰੀ ਗੱਲ ਹੈਗੀ verbal abuse। Yes. verbal abuse ਹੈਗੀ ਆ ਜਦੋਂ ਤੁਸੀਂ ਗਾਲਾਂ ਕੱਢੀ ਜਾਣੀਆਂ, ਜੀ। ਕਿਸੇ ਨੂੰ ਉਹਨਾਂ ਦੀ ਜਿੱਦਾਂ ਲਾਪਾ ਕਰਨੀ, ਜਾਂ ਫੈਮਿਲੀ ਬਾਰੇ ਗੱਲਾਂ ਜਾਣ ਕੇ ਕਹੀ ਜਾਣੀਆਂ, ਹਾਂਜੀ। ਤੇਰੀ ਮਮ ਏਦਾਂ ਜਾਂ ਡੈਡ Yeah, ਏਦਾਂ, ਹਾਂਜੀ, ਮਤਲਬ yeah, ਏਦਾਂ ਦੀਆਂ yeah, ਗੱਲਾਂ। so that also Yes. is verbal abuse। ਜਿੱਦਾਂ ਤੁਸੀਂ ਉਸ ਪਰਸਨ ਨੂੰ ਉਹਨਾਂ ਨੂੰ ਬਹੁਤ ਘਟੀਆ ਆਪਣੇ ਆਪ ਨੂੰ ਸਮਝਾਉਣਾ ਦਿਖਾਉਣਾ, ਕਿ ਤੁਸੀਂ ਦੱਸਣਾ। ਤੁਹਾਡਾ ਕੋਈ ਵੈਲਿਊ ਹੈ ਨਹੀਂ Yes, yeah. ਹਨਾ। ਸੋ ਉਹ ਵੀ verbal abuse ਹੁੰਦਾ ਆ। ਜੀ। ਤੇ ਉਹਦੇ ਨਾਲ ਹੀ ਕਨੈਕਸ਼ਨ ਹੋ ਜਾਂਦਾ mental abuse ਦਾ। Yeah. mental abuse ਹੁੰਦਾ ਆ ਕਿ ਤੁਸੀਂ ਜਾਂ psychological abuse ਕਹਿ ਲਓ, so that's a proper term, psychological abuse। so ਤੁਸੀਂ psychological abuse ਇਹ ਹੁੰਦਾ ਆ ਜਦੋਂ ਤੁਸੀਂ ਪਰਸਨ ਇਨਸਾਨ ਨੂੰ ਇੰਨਾ ਤੁਸੀਂ ਉਹਨਾਂ ਦੀ ਲਾਪਾ ਕਰਨੀ, ਉਹਨਾਂ ਨੂੰ ਕੁੱਟ ਵੀ ਸਕਦੇ ਆ ਤੁਸੀਂ, ਸ਼ਾਇਦ ਉਹਨਾਂ ਤੋਂ ਚੀਜ਼ਾਂ ਵੀ ਲੈਣੀਆਂ ਕਿ ਉਹਨਾਂ ਤੋਂ ਕੁਛ ਨਾ ਉਹ ਹੋਵੇ। ਬਿਲਕੁਲ ਉਹ ਜਿਹੜਾ ਪਰਸਨ ਨੂੰ ਕੁੱਟਦਾ ਮਾਰਦਾ ਉਹਦੇ ਤੇ ਡਿਪੈਂਡੈਂਟ ਹੋ ਜਾਂਦਾ ਹੈ। ਮਤਲਬ ਉਹਦੇ ਕੋਲ ਕੋਈ ਚੀਜ਼ ਵੀ ਨਹੀਂ ਛੱਡਣੀ ਹੱਥ ਵਿੱਚ, ਕਹਿ ਲਓ ਕਿਸੇ ਤਰ੍ਹਾਂ ਦੀ, ਕੋਈ ਪੈਸੇ ਨਹੀਂ ਛੱਡਣੇ ਜਾਂ ਫੋਨ ਨਹੀਂ ਛੱਡਣਾ। ਅੱਜ ਕੱਲ ਇਹ ਵੀ ਚੀਜ਼ਾਂ ਆਪਾਂ ਵਿੱਚ ਗਿਣ ਸਕਦੇ। ਜਿੱਦਾਂ ਨਰਿੰਦਰ ਨੇ ਦੱਸਿਆ ਹੁਣੀ ਕਿ ਸਿਰਫ ਡੋਮੈਸਟਿਕ ਅਬਿਊਜ਼ ਜਿਹੜਾ ਹੈਗਾ, ਡੰਡਾ ਚੁੱਕ ਕੇ, ਸੋਟੀ ਚੁੱਕ ਕੇ ਮਾਰਨਾ ਹੀ ਨਹੀਂ ਹੁੰਦਾ। ਗੱਲਾਂ ਨਾਲ ਵੀ ਅਸੀਂ ਬਹੁਤ ਮੈਂਟਲੀ ਟੌਰਚਰ ਕਰਦੇ ਆ ਆਪਣੀਆਂ ਕੁੜੀਆਂ ਨੂੰ, ਗੱਲਾਂ ਕਹਿ ਕੇ, ਜਾਣ ਕੇ ਉਹਨਾਂ ਦੇ ਮਾਂ-ਬਾਪ ਬਾਰੇ ਗੱਲਾਂ ਕਹੀ ਜਾਣੀਆਂ, ਜਾਂ ਉਹਨਾਂ ਨੂੰ ਨੀਵਾਂ ਦਿਖਾਈ ਜਾਣਾ, ਕਹੀ ਜਾਣਾ ਤੂੰ ਤਾਂ ਐਸ ਘਰ ਤੋਂ ਆਈ ਆ, ਤੇਰੇ ਕੋਲ ਆ ਹੈ ਨਹੀਂ, ਉਹ ਹੈ ਨਹੀਂ, ਇਹ ਚੀਜ਼ਾਂ ਕਹਿ ਕੇ ਵੀ ਤੁਸੀਂ ਉਹਨਾਂ ਨੂੰ ਤੰਗ ਕਰਦੇ ਹੋ। ਇੱਕ ਹੁੰਦਾ ਜਿੱਦਾਂ ਇਹਨਾਂ ਨੇ ਕਿਹਾ ਡਰਾਵਾ ਦੇਣਾ। ਡਰਾਵਾ ਦੇਣਾ ਵੀ ਡੋਮੈਸਟਿਕ ਵਾਇਲੈਂਸ ਦਾ ਹੀ ਇੱਕ ਇਹਦਾ ਹਿੱਸਾ ਹੈਗਾ ਆ। ਦੂਰ ਬੈਠਿਆਂ ਨੇ ਜਾਣ ਕੇ ਕੋਈ ਚੀਜ਼ ਦਿਖਾਈ ਜਾਣੀ, ਕੋਸ਼ਿਸ਼ ਕਰਨੀ ਉਹਨਾਂ ਨੂੰ ਡਰਾਉਣ ਦੀ, ਆ ਮੇਰੇ ਹੱਥ ਵਿੱਚ ਆ ਚੀਜ਼ ਫੜੀ ਆ, ਜੇ ਤੂੰ ਮੇਰਾ ਕਹਿਣਾ ਨਾ ਮੰਨਿਆ ਜਾਂ ਮੈਨੂੰ ਤੂੰ ਸੁਣਿਆ ਨਹੀਂ ਤਾਂ ਮੈਂ ਆ ਚੁੱਕ ਕੇ ਤੇਰੇ ਇਹ ਚੀਜ਼ ਮਾਰਨੀ ਆ। ਤੇ ਨਰਿੰਦਰ, ਤੁਹਾਨੂੰ ਕੀ ਲੱਗਦਾ ਇਹ ਜਿਹੜੇ ਡੋਮੈਸਟਿਕ ਵਾਇਲੈਂਸ ਅਬਿਊਜ਼ ਹੁੰਦੇ ਆ, ਜ਼ਿਆਦਾ ਜਿਹੜੀਆਂ ਮੈਰਿਡ ਕੁੜੀਆਂ ਉਹਨਾਂ ਤੇ ਜ਼ਿਆਦਾ ਹੁੰਦੇ ਆ, ਜਾਂ ਡਸਨਟ ਮੈਟਰ ਚਾਹੇ ਨਹੀਂ ਵੀ ਵਿਆਹ ਹੋਏ ਹੈਗੇ? ਸੋ ਡੋਮੈਸਟਿਕ ਅਬਿਊਜ਼ ਉਹਨੂੰ ਕਿਹਾ ਜਾਂਦਾ ਹੈ ਜੇ ਤੁਹਾਡੇ ਕੋਲ ਦੂਸਰਾ ਪਰਸਨ ਦੇ ਨਾਲ ਰਿਲੇਸ਼ਨਸ਼ਿਪ ਹੈਗੀ ਆ। ਜੀ। ਸੋ ਜਾਂ ਤੁਹਾਡਾ ਹਸਬੈਂਡ ਹੋ ਸਕਦਾ, ਜਾਂ partner ਹੋ ਫਿਆਂਸੇ, ਸਕਦਾ, ਜਾਂ ਤੁਹਾਡਾ ਉਹਦੇ ਪਾਰਟਨਰ ਹੋ ਸਕਦਾ, ਜਾਂ ਤੁਹਾਡਾ ਬॉयਫ੍ਰੈਂਡ ਗਰਲਫ੍ਰੈਂਡ ਜੀ। ਇਦਾਂ ਵੀ ਹੋ ਸਕਦਾ। ਸੋ ਬੰਦੇ ਵੀ ਕਈ ਵਾਰੀ ਹੁੰਦੇ ਆ ਵਿਕਟਿਮਸ, ਅਸੀਂ ਬੰਦਿਆਂ ਨੂੰ ਵੀ ਸਪੋਰਟ ਕੀਤਾ ਹੈ ਕਈ ਵਾਰੀ। ਸੋ ਬੰਦੇ ਵੀ ਹੁੰਦੇ, ਪਰ ਆਮ ਤੌਰ ਜ਼ਿਆਦਾ ਲੇਡੀਜ਼ ਹੁੰਦੀਆਂ ਜਿਹੜੇ ਵਿਕਟਿਮਸ ਹੁੰਦੇ ਆ। ਸੋ ਬੰਦਿਆਂ ਨੂੰ ਇਹ ਵੀ ਥੋੜਾ ਜਿਹਾ ਬੈਰੀਅਰ ਐਕਸਟਰਾ ਹੁੰਦਾ ਜਦੋਂ ਕੋਈ ਬੰਦਾ ਵਿਕਟਿਮ ਹੁੰਦਾ ਆ। ਉਹਨੂੰ ਹੁੰਦਾ ਕਿ ਲੋਕਾਂ ਨੇ ਸੋਚਣਾ ਕਿ ਇਹ ਬੰਦਾ ਆ, ਇਹ ਕਿੱਦਾਂ ਕੁੱਟਮਾਰ ਖਾਈ ਜਾਂਦਾ ਆ, ਇਹ ਕਿੱਦਾਂ ਕਿਸੇ ਕੋ ਮਾਰ ਖਾ ਸਕਦਾ ਆ। ਸੋ ਦੂਸਰੀ ਗੱਲ ਹੈਗੀ as well financial abuse। ਜਿੱਦਾਂ ਅਸੀਂ ਸਾਡੇ ਕੋਲ ਕਾਫੀ ਕੇਸਿਸ ਆ ਹਟੇ ਆ ਜਿਹੜੇ ਕੁੜੀਆਂ ਇੰਡੀਆ ਚੋਂ ਆਉਂਦੀਆਂ ਆ, ਉਹਨਾਂ ਨੂੰ ਇੱਥੇ ਲਿਆ ਕੇ ਨੌਕਰਾਂ ਵਾਂਗੂ ਰੱਖਿਆ ਜਾਂਦਾ ਆ। ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਕੰਮ ਤੇ ਜਾਵੋ, ਜਿਹੜਾ ਤੁਹਾਡਾ ਸਾਰਾ ਪੇ ਪੈਕੇਟ ਆਣ ਤੇ ਸਾਨੂੰ ਸਾਡੇ ਹੱਥ 'ਚ ਰੱਖੋ। ਹਾਂਜੀ, ਕਈ ਕੁੜੀਆਂ ਆ ਉਹਨਾਂ ਨੂੰ ਉੱਥੇ ਕੰਮ ਤੇ ਰੋਟੀ ਪਾਣੀ ਖਾਣ ਜੋਗੇ ਪੈਸੇ ਵੀ ਹੈ ਨਹੀਂ ਗੇ, ਮਤਲਬ ਸਾਰੀ ਦੀ ਸਾਰੀ ਪੇ ਉਹਨਾਂ ਕੋਲ ਲੈ ਲੈਂਦੇ ਆ। ਈਵਨ ਬਾਹਰ ਜਾਣ ਲਈ ਜਾਂ ਕੰਮ ਤੇ ਜਾਣ ਲਈ, ਲੰਚ ਕਰਨ ਲਈ, ਕੁਝ ਵੀ ਏਦਾਂ ਪੈਸੇ ਵੀ ਨਹੀਂ ਹੱਥ ਵਿੱਚ ਦਿੰਦੇ। ਕਈ ਸਾਡੇ ਕੋਲ ਕੇਸਿਸ ਆਏ ਆ ਜਦੋਂ ਲੜਕੀਆਂ ਜਦੋਂ ਕੰਮ ਤੇ ਜਾਂਦੀਆਂ ਆ, ਰਸਤੇ 'ਚ ਪਹਿਲਾਂ ਥੋੜੇ ਇਹ ਵੀ ਚੱਲ ਜਾਂਦੀਆਂ ਕੰਮ ਤੇ, ਰਸਤੇ 'ਚ ਪਹਿਲਾਂ ਗੁਰਦੁਆਰੇ ਜਾ ਕੇ ਉੱਥੇ ਰੋਟੀ ਦੁਪਹਿਰ ਲਈ ਖਾ ਲੈਣਾ, ਆਪਣਾ ਸਵੇਰ ਨੂੰ ਵੀ ਖਾ ਲੈਣਾ, ਪਰ ਦੁਪਹਿਰ ਲਈ ਵੀ ਲੈ ਜਾਣਾ। ਫਿਰ ਜਦੋਂ ਉੱਥੇ ਕੰਮ ਤੇ ਜਾਣਾ, ਉੱਥੇ ਫਿਰ ਪ੍ਰਸ਼ਾਦ ਲੰਚ ਟਾਈਮ ਲਈ ਹੋਊਗਾ। ਪਤਾ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਘਰ ਜਾ ਕੇ ਉਹਨਾਂ ਨੂੰ ਖਾਣ ਲਈ ਮਿਲੇਗਾ ਨਹੀਂ ਮਿਲੇਗਾ, ਕੀ ਹੋਣਾ ਹੈਗਾ। ਮਤਲਬ ਇਹੋ ਜਿਹੀਆਂ ਚੀਜ਼ਾਂ ਲੋਕ ਕਰਦੇ ਆ, ਅੱਜ ਵੀ ਕਰਦੇ ਆ। ਬਿਲਕੁਲ। ਜਿੱਦਾਂ ਸਾਡੇ ਕੋਲ ਏਦਾਂ ਵੀ ਕੇਸਿਸ ਕਈ ਆ ਹਟੇ ਆ ਜਦੋਂ ਕਿਸੇ ਕੋਲ ਜਿੱਦਾਂ ਲੜਕੀ ਹੋਈ ਆ ਤਾਂ ਉਹ ਕਰਕੇ ਆਬਵੀਅਸਲੀ ਫੈਮਿਲੀ ਜਿਹੜੀ ਆ ਉਹਦੇ ਹਸਬੈਂਡ ਦੀ
ਤਾਂ ਹਸਬੈਂਡ ਵੀ ਤੇ ਕਈ ਵਾਰੀ ਇਕੱਲਾ ਹਸਬੈਂਡ ਹੀ ਨਹੀਂ ਹੁੰਦਾ, ਸਾਰੀ ਫੈਮਿਲੀ ਵੀ ਨਾਲ ਰਲਦੀ ਹੁੰਦੀ ਹੈ ਕਈ ਵਾਰੀ। ਉਹ ਫਿਰ ਸੋਚਦੇ ਹੁੰਦੇ ਕਿ ਸਾਨੂੰ ਮੁੰਡਾ ਚਾਹੀਦਾ ਸੀ, ਸਾਨੂੰ ਕੁੜੀ ਨਹੀਂ ਚਾਹੀਦੀ ਸੀਗੀ। ਸੋ ਜਦੋਂ ਲੜਕੀ ਦਾ ਜਨਮ ਹੋਇਆ ਫਿਰ ਉਸ ਵੇਲੇ ਉਹਨੂੰ ਤਕਲੀਫ ਦੇਣ ਲੱਗ ਪਏ ਤੂੰ ਕੁੜੀ ਜੰਮੀ ਆ, ਤੇਰੇ ਕੁੜੀ ਹੋਈ ਹੈਗੀ ਆ। ਪਰ ਦੇਖਿਆ ਜਾਵੇ ਤਾਂ ਕੁੜੀ ਹੋਣੀ, ਮੁੰਡਾ ਹੋਣਾ ਸਿਰਫ ਇੱਕ ਔਰਤ ਦੇ ਹੱਥ ਵਿੱਚ ਨਹੀਂ ਹੈਗਾ, ਇਹ ਤਾਂ ਦੇਖਿਆ ਜਾਵੇ ਮਰਦ ਦੇ ਹੱਥ ਵਿੱਚ ਆ। ਹਾਂਜੀ ਦੇਖੋ ਅਸੀਂ ਤਾਂ ਸਿਰਫ ਪੈਦਾ ਕਰਦੇ ਆ, 9 ਮਹੀਨੇ ਕਹ ਲਓ ਆਪਣੀ ਕੁੱਖ ਵਿੱਚ ਰੱਖਦੇ ਆ, ਲੇਕਿਨ ਇਹ ਜਿਹੜਾ ਬੀ ਹੁੰਦਾ ਆ ਇਹ ਤਾਂ ਆਦਮੀ ਵੱਲੋਂ ਹੀ ਲਾਇਆ ਜਾਂਦਾ ਹੈ ਨਾ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਤੁਸੀਂ ਜੇ ਲੇਡੀਜ਼ ਨੂੰ ਤੰਗ ਕਰਦੇ ਆ ਤੇ ਗੱਲਾਂ ਕਹਿੰਦੇ ਆ, ਦੈਟਸ ਨੋ ਰਾਈਟ ਇਜ਼ ਇਟ। ਤੇ ਤੁਹਾਨੂੰ ਲੱਗਦਾ ਜਿੱਦਾਂ ਕਿ ਯੰਗ ਕੁੜੀਆਂ ਹੁੰਦੀਆਂ ਆ, ਕਹਿ ਲਓ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਚਾਹੁੰਦੀਆਂ ਜਾਂ ਆਪਣੀ ਮਰਜ਼ੀ ਨਾਲ ਆਪਣੀ ਲਾਈਫ ਜੀਣਾ ਚਾਹੁੰਦੀਆਂ, ਕਿ ਉਹ ਵੀ ਕਦੀ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦੀਆਂ ਫੈਮਿਲੀ ਵੱਲੋਂ? ਹਾਂਜੀ। ਸੋ ਜਿੱਦਾਂ ਉਹਨਾਂ ਦਾ ਇਹ ਹੁੰਦਾ ਆ ਕਿ ਜਿੱਦਾਂ ਕਈ ਕੇਸ ਜਿਹੜੇ ਸਾਡੇ ਕੋਲ ਇੱਦਾਂ ਦੇ ਆਏ ਆ, ਉਹਨਾਂ ਨੂੰ ਇੱਦਾਂ ਹੁੰਦਾ ਕਿ ਜਦੋਂ ਉਹ ਆਪਣੀ ਮਰਜ਼ੀ ਨਾਲ, ਸਪੈਸ਼ਲੀ ਆਪਣੇ ਪੈਰੈਂਟਾਂ ਦੇ ਖਿਲਾਫ ਜੇ ਕਿਸੇ ਨੇ ਵਿਆਹ ਸ਼ਾਦੀ ਕੀਤੀ ਆ, ਫਿਰ ਉਹਨਾਂ ਨੂੰ ਇੱਦਾਂ ਹੁੰਦਾ ਹੁਣ ਮੈਂ ਕੇਸ ਮੂੰਹ ਦੇ ਨਾਲ ਮੁੜ ਕੇ ਆਪਣੇ ਮਾਪਿਆਂ ਕੋਲ ਜਾਵਾਂ, ਉਹਨਾਂ ਨੂੰ ਕੇਸ ਮੂੰਹ ਦੇ ਨਾਲ ਜਾ ਕੇ ਦੱਸਾਂ, ਹੈ ਨਾ। ਕਿ ਉਹਨਾਂ ਨੂੰ ਇਹ ਪ੍ਰੋਬਲਮ ਹੁੰਦਾ, ਪਰ ਉਹਦੇ ਹਸਬੈਂਡ ਨੂੰ ਵੀ ਪਤਾ ਹੁੰਦਾ ਆ ਕਿ ਇਹ ਆਪਣੀ ਮਰਜ਼ੀ ਨਾਲ ਆਈ ਹੈ, ਵਾਪਸ ਜਾ ਨਹੀਂ ਸਕਦੀ, ਰਹਿ ਗਈ ਆ। ਫਿਰ ਘਰ ਜਾ ਕੇ ਵੀ ਸੱਸ ਸਹੁਰੇ ਦੀਆਂ ਗੱਲਾਂ ਵੀ ਸੁਣਨੀਆਂ, ਆਦਮੀ ਦੀਆਂ ਵੀ ਸੁਣਨੀਆਂ, ਬੜਾ ਬੁਰਾ ਵਿਵਹਾਰ ਕੀਤਾ ਜਾਂਦਾ ਉਹਨਾਂ ਨਾਲ। ਕਦੀ ਫਿਰ ਥੋੜ੍ਹੇ ਟਾਈਮ ਬਾਅਦ ਉਹ ਕੁੜੀਆਂ ਆਉਂਦੀਆਂ ਫਿਰ ਤੁਹਾਡੇ ਕੋਲ ਵੀ ਆਪਣੀ ਕੰਪਲੇਂਟ ਲੈ ਕੇ, ਜਾਂ ਤੁਹਾਨੂੰ ਕਦੀ ਕੋਈ ਫੋਨ ਕਾਲਸ ਆਉਂਦੀਆਂ ਵੀ ਅਸੀਂ ਨਿਕਲਣਾ ਚਾਹੁੰਦੀਆਂ ਜਾਂ ਸਾਡੇ ਨਾਲ ਆਹ ਚੀਜ਼ ਹੋ ਰਹੀ ਆ, ਵੀ ਸਾਨੂੰ ਹੈਲਪ ਕਰੋ? ਹਾਂਜੀ। ਸੋ ਕਈ ਵਾਰੀ ਜਿੱਦਾਂ ਸਾਨੂੰ ਅਸੀਂ ਉਹਨਾਂ ਜਦੋਂ ਪਹਿਲਾਂ ਗੱਲ ਕਰਦੇ ਹਾਂ ਤਾਂ ਅਸੀਂ ਪਤਾ ਕਰਦੇ ਕਿ ਡੋਮੈਸਟਿਕ ਵਾਇਲੈਂਸ ਇਹਦੇ ਵਿੱਚ ਹੈਗਾ ਆ। ਸੋ ਜੇ ਕੋਈ ਉੱਦਾਂ ਹੀ ਅਨਹੈਪੀ ਆ ਕਿ ਮੈਰਿਜ ਦੇ ਨਾਲ, ਦੈਟਸ ਨਾਟ ਡੋਮੈਸਟਿਕ ਵਾਇਲੈਂਸ। ਡੋਮੈਸਟਿਕ ਵਾਇਲੈਂਸ ਹੁੰਦਾ ਜਦੋਂ ਕੋਈ ਮਾਰਦਾ ਆ, ਕੁੱਟਦਾ ਆ, ਗਾਲਾਂ ਕੱਢਦਾ ਆ, ਜਾਂ ਉਹਨਾਂ ਦੇ ਪੈਸੇ ਵੀ ਜਿਹੜੇ ਰੱਖਦੇ ਆ, ਹਰ ਵੇਲੇ ਉਹਨੂੰ ਪੈਣੀ ਵੀ ਨਹੀਂ ਦਿੰਦੇ ਹੈਗੇ ਕੋਈ ਖਰਚੇ ਲਈ, ਕੰਟਰੋਲ ਕਰਦੇ ਫਾਈਨੈਂਸ਼ੀਅਲੀ। ਉਹਨਾਂ ਨੂੰ ਫਿਰ ਇੱਦਾਂ ਪਤਾ ਹੁੰਦਾ ਹੈ ਕਿ ਜਿੱਦਾਂ ਜਿਹੜੀ ਫੈਮਿਲੀ ਹੁੰਦੀ ਹੈ ਕਿ ਇਹ ਬਸ ਸਾਡੇ ਤੇ ਹੀ ਆ, ਅਸੀਂ ਜੇ ਇਹਨੂੰ ਕੁਝ ਪੈਸਾ ਦਊਗੇ ਕਿਤੇ ਜਾਊਗੀ, ਜੇ ਅਸੀਂ ਨਹੀਂ ਦਊਗੇ ਨਹੀਂ ਕਿਤੇ ਜਾਊਗੀ। ਸੋ ਇਹ ਵੀ ਕੰਟਰੋਲ ਹੀ ਹੁੰਦਾ ਹੈ। ਸੋ ਡੋਮੈਸਟਿਕ ਵਾਇਲੈਂਸ ਅ ਲੋਟ ਆਫ ਇਟ ਇਜ਼ ਅਬਾਊਟ ਕੰਟਰੋਲ, ਕਿ ਜਿਹੜਾ ਕੰਟਰੋਲ ਕਰਨਾ ਹੈ ਦੂਸਰੇ ਇਨਸਾਨ ਨੂੰ। ਕਿ ਇਹਨਾਂ ਜਿਹੜੀਆਂ ਚੀਜ਼ਾਂ ਦਾ ਅਸਰ ਆ, ਜਿੱਦਾਂ ਹੁਣ ਕੁੜੀਆਂ ਆ ਜਾਂਦੀਆਂ ਫਿਰ ਚਲੋ ਬੱਚੇ ਵੀ ਹੋ ਜਾਂਦੇ ਹੈਗੇ, ਫੈਮਿਲੀ ਓਬਵੀਅਸਲੀ ਹਰ ਇੱਕ ਬੰਦਾ ਚੰਗਾ ਮਾੜਾ ਆਪਣੀ ਫੈਮਿਲੀ ਵੀ ਵਧਾਉਂਦਾ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਅਸਰ ਫਿਰ ਬੱਚਿਆਂ ਤੇ ਵੀ ਪੈਂਦਾ ਕਿ ਬੱਚੇ ਦੇਖਦੇ ਆ ਵੀ ਉਹਨਾਂ ਦੀ ਮਾਂ ਨੂੰ ਕੁੱਟਿਆ ਜਾਂਦਾ ਜਾਂ ਕਿੱਦਾਂ ਆ? ਤੁਹਾਡੇ ਸਾਹਮਣੇ ਇਦਾਂ ਦੇ ਕੋਈ ਇਸ਼ੂਜ਼ ਆਏ? ਹਾਂਜੀ। ਸੋ ਅਸੀਂ ਜਦੋਂ ਬਹੁਤ ਜਿਹਨਾਂ ਨੂੰ ਸਪੋਰਟ ਕੀਤਾ ਆ, ਉਹ ਕਈ ਵਾਰੀ ਸਾਨੂੰ ਇੱਦਾਂ ਦੱਸਦੀਆਂ ਆ, ਅਸੀਂ ਤਦ ਰਹੇ ਆ ਰਿਲੇਸ਼ਨਸ਼ਿਪ ਦੇ ਵਿੱਚ ਕਰਕੇ, ਅਸੀਂ ਸੋਚਦੇ ਸੀ ਕਿ ਚੱਲ ਨਿਆਣਿਆਂ ਕੋਲ ਮਾਂ ਵੀ ਹੋਗੀ, ਪੇ ਵੀ ਹੋਗਾ, ਪਰ ਉਹ ਇਹ ਨਹੀਂ ਸਮਝਦੇ ਕਿ ਐਡਵਰਸ ਚਾਈਲਡਹੁੱਡ ਐਕਸਪੀਰੀਐਂਸਿਸ ਉਹਨੂੰ ਕਹਿੰਦਾ ਆ ਤਾਂ ਕਿ ਨਿਆਣਿਆਂ ਨੂੰ ਕੀ ਉਹਨਾਂ ਤੇ ਅਸਰ ਹੁੰਦਾ ਹੈ ਜਦੋਂ ਉਹ ਦੇਖਦੇ ਆ ਕਿ ਸਾਡਾ ਪੇ ਸਾਡੀ ਮਾਂ ਨੂੰ ਕੁੱਟਦਾ ਮਾਰਦਾ ਆ, ਕਰਕੇ ਉਹ ਨਿਆਣੇ ਇਹ ਸੋਚੇ ਕਿ ਅਨੋਰਮਲ ਆ, ਇਹ ਮੈਂ ਨਹੀਂ ਕਰ ਸਕਦਾ ਵੱਡਾ ਹੋ ਕੇ। ਸੋ ਜਦੋਂ ਉਹ ਕਈ ਵਾਰੀ ਨਿਆਣੇ ਇਦਾਂ ਵੀ ਕਰਦੇ ਕਿ ਜਦੋਂ ਉਹ ਫਿਰ ਵੱਡੇ ਹੁੰਦੇ ਆ ਉਹ ਸੋਚਦੇ ਬਸ ਇਦਾਂ ਹੀ ਹੁੰਦੀ ਆ, ਬਿਕਾਜ਼ ਉਹਨਾਂ ਨੇ ਉਹ ਚੀਜ਼ ਦੇਖੀ ਹੈਗੀ ਆਪਣੇ ਘਰ ਦੇ ਵਿੱਚ ਵੀ ਮੇਰਾ ਡੈਡ ਮਮ ਨੂੰ ਕੁੱਟਦਾ ਮਾਰਦਾ ਸੀ, ਜਾਂ ਮੇਰੀ ਦਾਦੀ ਆ ਦਾਦਾ ਆ ਉਹ ਗੱਲਾਂ ਕਿੱਦਾਂ ਦੀਆਂ ਕਹਿੰਦੇ ਸੀ। ਕਈ ਵਾਰੀ ਆਈ ਥਿੰਕ ਜਿਹੜੇ ਇਨਲੋਸ ਉਹ ਵੀ ਹੱਥ ਚੁੱਕਦੇ ਆ, ਉਹ ਵੀ ਮਾਰਦੇ ਕੁੱਟਦੇ ਹੈਗੇ, ਇਹ ਵੀ ਚੀਜ਼ਾਂ ਦੇਖੀਆਂ ਗਈਆਂ ਹੈਗੀਆਂ। ਕਈ ਵਾਰ ਸਿਚੁਏਸ਼ਨਸ ਇੱਥੇ ਤੱਕ ਵੱਧ ਜਾਂਦੀਆਂ। ਸੋ ਓਬਵੀਅਸਲੀ ਬੱਚਿਆਂ ਤੇ ਫਿਰ ਉਹ ਚੀਜ਼ ਦਾ ਅਸਰ ਪੈਂਦਾ ਆ, ਉਹਨਾਂ ਨੂੰ ਲੱਗਦਾ ਵੀ ਇਹ ਆਮ ਹੀ ਆ, ਸਾਡਾ ਲਾਈਫ ਸਟਾਈਲ ਹੀ ਇਦਾਂ ਦਾ ਆ। ਹਾਂਜੀ। ਕਈ ਕੇਸਿਸ ਸਾਡੇ ਕੋਲ ਇਦਾਂ ਵੀ ਆਏ ਆ ਜਿਹੜੇ ਉਹ ਇਕੱਲੇ ਆਪਣੀ ਵਾਈਫ ਨੂੰ ਨਹੀਂ ਮਾਰਦੇ, ਨਿਆਣਿਆਂ ਨੂੰ ਵੀ ਮਾਰਦੇ, ਕੁੱਟਦੇ ਮਾਰਦੇ ਆ। ਸੋ ਫਿਰ ਆਬਵੀਅਸਲੀ ਫਿਰ ਚਾਈਲਡ ਸੇਫਗਾਰਡਿੰਗ ਮੀਟਿੰਗਸ ਹੁੰਦੀਆਂ ਆ, ਮਲਟੀ ਏਜੰਸੀ ਸੇਫਗਾਰਡਿੰਗ ਰਿਫਰਲ ਅਸੀਂ ਬਣਾਈਦਾ ਹੁੰਦਾ ਆ, ਫਿਰ ਉਹ ਫਿਰ ਦੇਖਦੇ ਹੁੰਦੇ ਕਿ ਨਿਆਣੇ ਨੂੰ ਕਿੱਦਾਂ ਸੇਫ ਰੱਖਣਾ ਆ ਕਰਕੇ। ਫਿਰ ਕਈ ਕੇਸਿਸ ਵਿੱਚ ਇਦਾਂ ਵੀ ਹੋ ਜਾਂਦਾ ਆ ਜਦੋਂ ਫਿਰ ਉਹ ਲੜਕੀ ਲੀਵ ਕਰ ਦਿੰਦੀ ਹੈ ਰਿਲੇਸ਼ਨਸ਼ਿਪ ਨੂੰ, ਤਾਂ ਫਿਰ ਉਹਨਾਂ ਨੂੰ ਹੁੰਦਾ ਕਿ ਹੁਣ ਕੰਟਰੋਲ ਤਾਂ ਮੇਰੇ ਹੱਥੋਂ ਨਿਕਲ ਗਿਆ, ਪਰ ਉਹ ਇੰਨਾ ਉਹਨਾਂ ਨੂੰ ਕੰਟਰੋਲ ਦਾ ਹੁੰਦਾ ਆ ਕਿ ਉਹ ਫਿਰ ਨਿਆਣਿਆਂ ਦੇ ਥਰੂ ਕੰਟਰੋਲ ਕਰਨ ਲੱਗ ਪੈਂਦਾ ਆ। ਸੋ ਜਦੋਂ ਕੋਈ ਜਣਾ ਇਹ ਚੀਜ਼ ਤੋਂ ਬਾਹਰ ਨਿਕਲਦਾ ਆ, ਜਿੱਦਾਂ ਹੁਣ ਆਪਾਂ ਗੱਲ ਕਰੀਏ, ਫਿਰ ਕਹਿ ਲਓ ਤੁਹਾਨੂੰ ਕਿਸੇ ਦਾ ਅੱਜ ਫੋਨ ਆਉਂਦਾ ਆ, ਕਿਸੇ ਨੇ ਫੋਨ ਚੁੱਕ ਕੇ ਕੀਤਾ ਵੀ ਮੇਰੇ ਨਾਲ ਚੀਜ਼ ਹੋ ਰਹੀ, ਕਿੱਦਾਂ ਦੀ ਉਹਨਾਂ ਨੂੰ ਜਿਹੜੀਆਂ ਹੈਲਪ ਕਿੱਦਾਂ ਦੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਆ? ਹਾਂਜੀ। ਸੋ ਇਕੱਲਾ ਐਵਰੀ ਸਿੰਗਲ ਕੇਸ ਅਲੱਗ-ਅਲੱਗ ਹੁੰਦਾ ਹੈ ਜੀ। ਸੋ ਅਸੀਂ ਉਹਨਾਂ ਨਾਲ ਬਹਿ ਕੇ ਗੱਲਬਾਤ ਕਰੀਦੀ ਆ ਕਿ ਤੁਹਾਡਾ ਕੀ ਸਿਚੁਏਸ਼ਨ ਹੈ, ਉਹ ਸਾਰਾ ਕੁਝ ਦੱਸਦੇ ਆ, ਫਿਰ ਅਸੀਂ ਫੋਰਮ ਭਰੀਦਾ ਆ, ਡੀਟੇਲ ਸਾਰੇ ਲਈਦੇ ਆ, ਤਾਂ ਫਿਰ ਅਸੀਂ ਅਸੈਸਮੈਂਟ ਕਰੀਦਾ ਆ, ਉਹਨੂੰ ਡੈਸ਼ ਅਸੈਸਮੈਂਟ ਕਹੀਦਾ ਆ। ਪੁਲਿਸ ਵੀ ਉਹ ਸੇਮ ਹੀ ਅਸੈਸਮੈਂਟ ਯੂਜ਼ ਕਰਦੀ ਆ, ਉੱਥੇ ਫਿਰ ਦੇਖੀਦਾ ਕਿ ਇਹਦੀ ਕਿੰਨੀ ਰਿਸਕ ਹਾਈ ਆ, ਲੋਅ ਆ ਕਿ ਮੀਡੀਅਮ ਹੈ, ਉਹਦੇ ਹਿਸਾਬ ਨਾਲ ਤੁਸੀਂ ਆਪਣੀ ਟੀਮ ਨੂੰ ਨਾਲ ਜੋੜਦੇ ਆ।
ਫਿਰ ਜਿੱਦਾਂ ਕੱਲੇ ਕੇਸ ਕਈਆਂ ਵਿੱਚ ਹਾਊਸਿੰਗ ਦੇ ਇਸ਼ੂਜ਼ ਹੁੰਦੀ ਆ, ਫਿਰ ਕਿ ਜੇ ਉਹ ਘਰੋਂ ਨਿਕਲੂਗੇ ਫਿਰ ਉਹਨਾਂ ਨੇ ਕਿੱਥੇ ਰਹਿਣਾ ਆ, ਉਹਨਾਂ ਦੇ ਨਿਆਣੇ ਨੇ ਕਿੱਥੇ ਰਹਿਣਾ ਆ। ਕਈਆਂ ਕੋਲ ਇਮੀਗ੍ਰੇਸ਼ਨ ਇਸ਼ੂਜ਼ ਹੁੰਦੇ ਆ। ਸੋ ਇਹ ਵੀ ਬਹੁਤ ਵੱਡੀ ਗੱਲ ਹੈ ਜਦੋਂ ਜਿਹੜੀਆਂ ਇੰਡੀਆ 'ਚ ਸਪੈਸ਼ਲੀ ਕੁੜੀਆਂ ਆਉਂਦੀਆਂ ਆ, ਉਹਨਾਂ ਨੂੰ ਇਹ ਕਿਹਾ ਜਾਂਦਾ ਆ ਕਿ ਜੇ ਤੁਸੀਂ ਪੁਲਿਸ ਨੂੰ ਰਿਪੋਰਟ ਕੀਤਾ ਕਿ ਅਸੀਂ ਮੁੜ ਕੇ ਤੁਹਾਨੂੰ ਇੰਡੀਆ ਭਰ ਦੇਣਾ ਹੈ। ਡਰਾਵਾ ਦਿੰਦੇ ਉਹਨਾਂ ਨੂੰ, ਡਰਾਵਾ ਦਿੰਦੇ। ਸੋ ਫਿਰ ਉਹਨਾਂ ਨੂੰ ਕਹਿੰਦੇ ਕਿ ਫਿਰ ਤੁਹਾਡੇ ਇੰਡੀਆ ਨੂੰ ਜਾਣਾ, ਲੋਕਾਂ ਨੇ ਕਹਿਣਾ ਇਹ ਤੋਂ ਵਾਪਸ ਨਹੀਂ ਹੋਇਆ ਆਪਣੇ ਘਰ, ਵਾਪਸ ਆ ਗਈਆਂ, ਮਤਲਬ ਇਦਾਂ ਦੇ ਥ੍ਰੈਟਨਸ ਕਰਨੇ, ਡਰਾਵੇ ਦੇਣੇ ਉਹਨਾਂ ਨੂੰ। ਸੋ ਅਸੀਂ ਇਮੀਗ੍ਰੇਸ਼ਨ ਨਾਲ ਵੀ, ਸੋਲਿਸਿਟਰਸ ਨਾਲ ਵੀ ਕੰਮ ਕਰੀਦੇ ਆ। ਫਿਰ ਚਾਈਲਡ ਅਰੇਂਜਮੈਂਟਸ ਵੀ ਕਈ ਵਾਰੀ ਹੁੰਦੇ ਆ ਕਿ ਜਿੱਦਾਂ ਕਰਕੇ ਸੋਸ਼ਲ ਸਰਵਿਸਿਜ਼ ਇਹ ਦੇਖਦੇ ਹੁੰਦੇ ਆ ਕਿ ਜੇ ਹੈ ਨਾ ਦੋ ਇਨਸਾਨ ਇਕੱਠੇ ਰਹਿੰਦੇ ਉਹਨਾਂ ਕੋਲ ਨਿਆਣੇ ਆ ਤਾਂ ਉਹ ਨਿਆਣਿਆਂ ਨੂੰ ਸੇਫ ਰੱਖਣ ਨੂੰ ਕੀ ਕਰਦੇ ਆ ਤੁਸੀਂ? ਤਾਂ ਜੇ ਮਤਲਬ ਨਰਿੰਦਰ ਜਿੱਦਾਂ ਤੁਸੀਂ ਹੁਣ ਇੱਕ ਗੱਲ ਕਹੀ, ਉਹ ਗੱਲ ਦੇ ਵਿੱਚੋਂ ਮੈਂ ਇੱਕ ਪੁਆਇੰਟ ਜਿਹੜਾ ਮੇਰੇ ਵੀ ਦਿਮਾਗ ਵਿੱਚ ਆਇਆ, ਸੇ ਫॉर ਐਗਜ਼ਾਮਪਲ ਕੋਈ ਡੋਮੈਸਟਿਕ ਵਾਇਲੈਂਸ ਦੀ ਸ਼ਿਕਾਰ ਹੋ ਰਹੀ ਆ, ਇੰਡੀਆ ਤੋਂ ਕੁੜੀ ਆਈ ਆ ਲੇਕਿਨ ਹਜੇ ਤੇ ਪੱਕੀ ਨਹੀਂ ਹੋਈ, ਜਿੱਦਾਂ ਇੱਕ ਪ੍ਰੋਸੀਜਰ ਚੱਲਦਾ ਹੁੰਦਾ ਆ, ਸਟੈਪ ਬਾਈ ਸਟੈਪ ਸਾਨੂੰ ਸਟੈਂਪਸ ਲੱਗਦੀਆਂ, ਫਿਰ ਜਾ ਕੇ ਥੋੜੇ ਸਾਲਾਂ ਬਾਅਦ ਆਪਾਂ ਪੱਕੇ ਹੁੰਦੇ ਆ। ਬਿਫੋਰ ਉਹਨਾਂ ਦੇ ਪੱਕੇ ਹੋਣ ਤੋਂ ਪਹਿਲਾਂ ਉਹਨਾਂ ਦੇ ਇਹ ਇਸ਼ੂਜ਼ ਜਿਹੜੇ ਆਉਂਦੇ ਆ ਹੁੰਦੇ ਆ, ਉਹਨਾਂ ਨੂੰ ਕੁੱਟਮਾਰ ਹੋ ਰਹੀ ਆ, ਜਿੱਦਾਂ ਤੁਸੀਂ ਹੁਣੇ ਕਿਹਾ ਵੀ ਉਹਨਾਂ ਨੂੰ ਇਸ ਚੀਜ਼ ਦਾ ਵੀ ਡਰਾਵਾ ਦਿੱਤਾ ਜਾਂਦਾ ਆ ਵੀ ਤੂੰ ਹਲੇ ਪੱਕੀ ਨਹੀਂ ਹੈਗੀ, ਤੂੰ ਮੁੜ ਕੇ ਚਲ ਗਈ ਤਾਂ ਫਿਰ ਤੇਰੇ ਪਿੰਡ ਦੇ ਘਰ ਦੇ ਕੀ ਕਹਿਣਗੇ। ਜੇ ਉਹ ਕੁੜੀ ਕੋਈ ਇੱਦਾਂ ਜਿਹੜੀ ਪੱਕੀ ਨਹੀਂ ਹੈਗੀ ਤੁਹਾਨੂੰ ਕੰਪਲੇਂਟ ਕਰਦੇ ਆ, ਬਾਹਰ ਆ ਕੇ ਪੁਲਿਸ ਨੂੰ ਦੱਸਦੀ, ਤੁਹਾਡੀ ਟੀਮ ਨੂੰ ਦੱਸਦੀ ਆ, ਕਿ ਵਾਕਿਆ ਹੀ ਉਹ ਚੀਜ਼ ਹੋ ਜਾਂਦੀ ਆ ਵੀ ਉਹਨਾਂ ਨੂੰ ਪਿੱਛੇ ਜਾਣਾ ਪੈਂਦਾ ਜਾਂ ਉਹਨਾਂ ਨੂੰ ਉਹ ਸਾਰੀ ਹੈਲਪ ਮਿਲਦੀ ਆ? ਇਹ ਜ਼ਰੂਰ ਮੈਂ ਜਾਣਨਾ ਚਾਹੁੰਦੀ ਹਾਂ। ਸੋ ਇੱਕ ਹੈਗੀ ਆ, ਗਵਰਨਮੈਂਟ ਨੇ ਸਕੀਮ ਸ਼ੁਰੂ ਕੀਤੀ ਆ ਜੀ, ਉਹਨੂੰ ਕਹਿੰਦਾ ਹੈ DDV concession, ਰਾਈਟ। ਸੋ ਇਟਸ destitution due to domestic violence। ਓਕੇ। ਸੋ ਉਹਦੇ ਨਾਲ ਜੇ ਤੁਸੀਂ ਅਫੀਸ਼ੀਅਲੀ ਪ੍ਰੋਪਰਲੀ ਹੈਗੇ ਆ ਵਿਕਟਿਮ ਆਫ ਡੋਮੈਸਟਿਕ ਵਾਇਲੈਂਸ, ਅਸੀਂ ਫਿਰ ਐਪਲੀਕੇਸ਼ਨ ਉਹਦਾ ਪਾ ਦਈਦਾ ਹੈ। ਰਾਈਟ। ਸੋ ਲੜਕੀਆਂ ਸੀ ਕਈ ਪੱਕੀਆਂ ਕੀਤੀਆਂ ਹੈ ਜਿਹੜੀ ਇਸ ਸਿਚੁਏਸ਼ਨ ਦੇ ਵਿੱਚ ਹੈਗੀਆਂ, ਸਾਡੇ ਕੋਲ ਐਵੀਡੈਂਸ ਹੈਗਾ ਸੀਗਾ ਕਿ ਉਹ ਡੋਮੈਸਟਿਕ ਵਾਇਲੈਂਸ ਦੀਆਂ ਵਿਕਟਿਮ ਸੀਗੀਆਂ। ਅਸੀਂ ਜਿੱਦਾਂ ਜਿਹੜੇ ਨੀਲ ਨੂਰ ਉਹਨਾਂ ਦੇ ਪਏ ਆ, ਸਾਰਾ ਕੁੱਟਮਾਰ ਹੋਈ ਆ, ਸਾਰਾ ਕੁਝ ਦੇਖਿਆ ਆ। ਤਾਂ ਫਿਰ ਅਸੀਂ ਐਪਲੀਕੇਸ਼ਨ ਉਹਨਾਂ ਦੇ ਬਿਹਾਫ ਤੇ ਪਹਿਲੀ ਸਟੇਜ ਅਸੀਂ ਆਪੇ ਪਾ ਸਕਦੇ ਹਾਂ। ਜਿਹੜੀ ਦੂਸਰੀ ਸਟੇਜ ਆ ਉਹ 3 ਮਹੀਨਿਆਂ ਦੇ ਵਿੱਚ ਸਾਨੂੰ ਐਪਲੀਕੇਸ਼ਨ ਪਾਉਣੀ ਪੈਂਦੀ, ਉਹ ਵੀ ਕਾਫੀ ਮਤਲਬ ਕੋਈ ਏਦਾਂ ਡਰਨ ਵਾਲੀ ਗੱਲ ਨਹੀਂ ਹੁੰਦੀ ਪਈ। ਬਹੁਤ ਇੱਕ ਜ਼ਰੂਰੀ ਜਿਹੜਾ ਪੁਆਇੰਟ ਹੈਗਾ ਮੈਂ ਜ਼ਰੂਰ ਤੁਹਾਡੇ ਸਾਰਿਆਂ ਨਾਲ ਵੀ ਇੱਕ ਵਾਰੀ ਸ਼ੇਅਰ ਕਰਨਾ ਚਾਹੁੰਦੀ, ਜਿੱਦਾਂ ਹੁਣੇ ਨਰਿੰਦਰ ਨੇ ਗੱਲ ਦੱਸੀ, ਕਈ ਵਾਰੀ ਜਿਹੜੀਆਂ ਸਾਡੀਆਂ ਕੁੜੀਆਂ ਇੰਡੀਆ ਤੋਂ ਆ ਜਾਂਦੀਆਂ, ਵਿਆਹ ਹੋ ਕੇ ਆਉਂਦੀਆਂ, ਇੱਥੇ ਆ ਕੇ ਉਹਨਾਂ ਦੇ ਨਾਲ ਮਾਰਕੁੱਟ ਸ਼ੁਰੂ ਹੋ ਜਾਂਦੀ ਆ, ਗੱਲਾਂ ਸੁਣਨੀਆਂ ਪੈਂਦੀਆਂ, ਬੜਾ ਕੁਝ ਉਹਨਾਂ ਦੇ ਨਾਲ ਹੁੰਦਾ ਹੈ। ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਡਰਾਵਾ ਦੇ ਦਿੱਤਾ ਜਾਂਦਾ ਆ ਕਿ ਜੇ ਤੁਸੀਂ ਘਰ ਛੱਡ ਕੇ ਚਲ ਗਈਆਂ, ਬਾਹਰ ਚਲ ਗਈਆਂ, ਤੁਸੀਂ ਤਾਂ ਹਲੇ ਪੱਕੀਆਂ ਵੀ ਨਹੀਂ ਹੈਗੀਆਂ, ਤੁਸੀਂ ਪੱਕੀਆਂ ਹੋ ਨਹੀਂ ਸਕਦੀਆਂ ਕਿਉਂਕਿ ਤੂੰ ਪਹਿਲਾਂ ਹੀ ਘਰ ਛੱਡ ਕੇ ਚਲ ਗਈ, ਮੈਂ ਤੈਨੂੰ ਪੱਕਾ ਨਹੀਂ ਹੋਣ ਦੇਣਾ। ਇਹ ਗੱਲ ਬਿਲਕੁਲ ਨਹੀਂ ਹੈਗੀ। ਜਿੱਦਾਂ ਹੁਣੇ ਨਰਿੰਦਰ ਨੇ ਗੱਲ ਦੱਸੀ, ਤੁਹਾਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਆ, ਤੁਹਾਨੂੰ ਸਾਰੇ ਜਿੰਨੇ ਵੀ ਇੱਥੇ ਦੇ ਬਾਈ ਲੋ ਜਿੰਨੇ ਵੀ ਤੁਹਾਨੂੰ ਬੈਨੀਫਿਟਸ ਹੈਗੇ ਸਭ ਮਿਲਣਗੇ। ਇਹ ਚੀਜ਼ ਦਾ ਦਿਮਾਗ ਵਿੱਚ ਕਦੀ ਨਾ ਰੱਖ ਕੇ ਉਹ ਚੀਜ਼ਾਂ ਨੂੰ ਬਰਦਾਸ਼ਤ ਨਾ ਕਰਿਓ ਕਿ ਅਸੀਂ ਪੱਕੇ ਨਹੀਂ ਹੈਗੇ ਤਾਂ ਮੈਂ ਪੱਕੀ ਨਹੀਂ ਹੋਵਾਂਗੀ। ਜੇ ਮੈਂ ਸ਼ਿਕਾਇਤ ਕਰ ਦਿੱਤੀ, ਜੇ ਮੈਂ ਕੋਈ ਕੰਪਲੇਂਟ ਕਰ ਦਿੱਤੀ, ਤੁਹਾਨੂੰ ਫੁੱਲ ਸਾਰੀਆਂ ਫੈਸਿਲਿਟੀਜ਼ ਦਿੱਤੀਆਂ ਜਾਣਗੀਆਂ, ਨਾਲ ਦੀ ਨਾਲ ਤੁਸੀਂ ਪੱਕੇ ਜ਼ਰੂਰ ਹੋਵੋਗੇ, ਲੇਕਿਨ ਇਸ ਚੀਜ਼ ਦਾ ਸ਼ਿਕਾਰ ਨਾ ਬਣੋ, ਇਸ ਚੀਜ਼ ਦਾ ਸਾਹਮਣਾ ਜ਼ਰੂਰ ਕਰੋ। ਤੇ ਇਹ ਚੀਜ਼ ਵਿੱਚੋਂ ਜਦੋਂ ਫਿਰ ਤੁਸੀਂ ਸਾਰੀਆਂ ਫੈਸਿਲਿਟੀਜ਼ ਦਿੰਦੇ ਆ, ਸਾਰੀ ਆਪਾਂ ਗੱਲ ਉਹਨਾਂ ਨਾਲ ਕਰਦੇ ਆ ਤੇ ਸਟੈਪ ਬਾਈ ਸਟੈਪ ਜਿੱਦਾਂ ਤੁਸੀਂ ਕਿਹਾ ਤੁਹਾਡੀ ਟੀਮ ਨਾਲ ਜੁੜਦੀ ਹੈਗੀ ਆ, ਤੁਹਾਨੂੰ ਫੋਨ ਕਰ ਸਕਦੇ ਹੋ ਸਾਰੇ ਜਾਣੇ ਤੇ ਤੁਸੀਂ ਫਿਰ ਉਹਨਾਂ ਦੀ ਸਾਰੀ ਦੇਖ ਰੇਖ ਸਾਰੀ ਅੰਡਰ ਮਤਲਬ ਸਾਰਾ ਕਵਰ ਹੁੰਦਾ, ਕਿਸੇ ਨੂੰ ਦੱਸਦੇ ਨਹੀਂ, ਕੋਈ ਜਾਣ ਵੀ ਨਹੀਂ ਸਕਦਾ। ਜੇ ਕੱਲ ਨੂੰ ਉਹਨਾਂ ਦੇ ਕੋਈ ਇਨਲੋਜ਼ ਦਾ ਬੰਦਾ ਆਂਦਾ ਜਾਂ ਉਹਦਾ ਘਰ ਵਾਲਾ ਹੀ ਆਂਦਾ ਜਾਂ ਜਾਣ ਕੇ ਬੱਚਿਆਂ ਨੂੰ ਮੋਹਰੇ ਕਰ ਦੇਣ ਵੀ ਸਾਡੀ ਮਾਂ ਕਿੱਥੇ ਰਹਿੰਦੀ ਆ, ਫਿਰ ਤੁਸੀਂ ਦੱਸਦੇ ਹੋ ਸਾਰੀਆਂ ਚੀਜ਼ਾਂ? ਨੋ, ਬਿਲਕੁਲ ਨਹੀਂ। ਇਟ ਡਸਨਟ ਮੈਟਰ ਕੌਣ ਸਾਡੇ ਕੋਲ ਆਵੇ ਕੌਣ ਨਾ ਆਵੇ, ਅਸੀਂ ਕਿਸੇ ਨੂੰ ਨਹੀਂ ਦੱਸਦੇ ਹੈਗੇ। ਸਾਡੇ ਕੋਲ ਕਈ ਸਿਚੁਏਸ਼ਨਸ ਹੋਏ ਆ ਜਦੋਂ ਉਹਦਾ ਹਸਬੈਂਡ ਵੀ ਆਉਂਦਾ ਆ ਕਿ ਇਦਾਂ ਕਰਕੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਜਾਣ ਕੇ ਫਿਰ ਆਉਂਦੇ ਆ ਨਾ ਥੋੜਾ ਜਿਹਾ, ਜਾਂ ਜਿੱਦਾਂ ਸਾਨੂੰ ਥ੍ਰੈਟਸ ਫੈਮਿਲੀ ਨੇ ਵੀ ਬਣਾਈਆਂ ਆ, ਜਿੱਦਾਂ ਨਨਾਣਾ ਨੇ, ਉਹ ਲੜਕੀ ਦੀਆਂ ਨਨਾਣਾ ਨੇ ਵੀ ਵਾਟਐਵਰ, ਪਰ ਅਸੀਂ ਕਿਸੇ ਨੂੰ ਜਿਹੜੀ ਸਾਡੀ ਕੰਫੀਡੈਂਸ਼ੀਅਲਿਟੀ ਸੀ ਪਹਿਲੀ ਵਾਰੀ ਇੱਕ ਵਾਰੀ ਕਹਿਤੀ ਆ, ਸਾਡੇ ਮੂੰਹੋਂ ਨਿਕਲ ਗਈ ਕੰਫੀਡੈਂਸ਼ੀਅਲਿਟੀ ਉਹ ਹੀ ਆ। ਜੇ ਅਸੀਂ ਕਿਸੇ ਨੂੰ ਉਹਨਾਂ ਦੀ ਕੋਈ ਗੱਲ ਸ਼ੇਅਰ ਕਰਨੀ ਆ, ਜਿੱਦਾਂ ਕੋਈ ਅਥਾਰਟੀ ਨਾਲ ਜਾਂ ਪੁਲਿਸ ਨਾਲ ਜਾਂ ਸੋਸ਼ਲ ਸਰਵਿਸਿਜ਼ ਨਾਲ, ਉਹਨਾਂ ਦੀ ਇਜਾਜ਼ਤ ਦੇ ਨਾਲ ਸ਼ੇਅਰ ਕਰੀ ਦੀ ਹੈ, ਦੱਸ ਕੇ ਪੁੱਛ ਕੇ। ਤਾਂ ਕਈ ਵਾਰੀ ਜਿੱਦਾਂ ਲੜਕੀਆਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਜੇ ਆਹ ਗੱਲ ਦੱਸੀ ਇਹਦਾ ਕੀ ਅਸਰ ਹੋਊਗਾ, ਅਸੀਂ ਹਰੇਕ ਗੱਲ ਬਹਿ ਕੇ ਉਹਨਾਂ ਨੂੰ ਸਮਝਾਉਂਦੇ ਆ ਕਿ ਆਹ ਇੱਦਾਂ ਹੋ ਸਕਦੀ, ਆਹ ਗੱਲ ਜਾਂ ਇੱਦਾਂ ਹੋਣੀ ਆ ਜੀ, ਉਹਨਾਂ ਨੂੰ ਫਿਰ ਆਪੇ ਹੀ ਪਤਾ ਹੋ ਜਾਂਦਾ। ਨਾਲੇ ਸਾਨੂੰ ਇਹ ਵੀ ਇੰਪੋਰਟੈਂਟ ਹੁੰਦਾ ਥੋੜ੍ਹਾ ਜਿਹਾ ਕਿ ਜਦੋਂ ਹੈ ਨਾ ਕੋਈ ਵਿਕਟਿਮ ਹੁੰਦਾ ਹੈ ਡੋਮੈਸਟਿਕ ਵਾਇਲੈਂਸ ਦਾ, ਡੋਮੈਸਟਿਕ ਵਾਇਲੈਂਸ ਹੈਗੀ ਆ ਕੰਟਰੋਲ ਬਾਰੇ, ਇਟਸ ਆਲ ਅਬਾਊਟ ਕੰਟਰੋਲ, ਕਿ ਤੁਸੀਂ ਉਸ ਦੂਸਰੇ ਇਨਸਾਨ ਨੂੰ ਕੰਟਰੋਲ ਕਰਨਾ ਆ। ਤੇ ਜੇ ਅਸੀਂ
ਜਦੋਂ ਸਾਡੇ ਕੋਲ ਮਦਦ ਲਈ ਆਉਂਦੀਆਂ ਆ Yeah. ਜੇ ਅਸੀਂ ਵੀ ਉਹਨਾਂ ਨੂੰ ਕੰਟਰੋਲ Control ਕੋਈ ਨਾ ਕਰਨਾ, ਦੇਵੋ ਹਾਂ, ਹਨਾ that's it, yes. ਤਾਂ ਫਿਰ ਅਸੀਂ ਵੀ ਉਸੇ ਸੇਮ ਹੀ Same ਹੋ ਗਏ। ਤੇ ਹੋ ਗਏ ਹਨਾ Yes, ਬਿਲਕੁਲ। ਸੋ ਵਾਟ ਵੀ ਡੂ ਇਜ਼ ਵੀ ਥਿੰਕ ਇਜ਼ ਵੈਰੀ ਇੰਪੋਰਟੈਂਟ ਕਿ ਜਦੋਂ ਗਾਂ ਵੀ ਉਹਨਾਂ ਨੇ ਅਸੀਂ ਸਦਾ ਤਾਂ ਨਹੀਂ ਰਹਿਣਾ ਹੈਗਾ ਉਹਨਾਂ Yeah. ਨੂੰ ਦੇ ਨਾਲ ਕੰਮ ਕਰਦੇ ਬਿਲਕੁਲ। ਇੱਕ ਵਾਰੀ ਸਾਨੂੰ ਪਤਾ ਹੈ ਉਹ ਆਪਣੇ ਪੈਰ ਤੇ ਖੜੇ ਹੋ ਗਏ ਆ ਜੀ। ਉਹਨਾਂ ਨੂੰ ਪ੍ਰਾਪਰਟੀ ਲੈ ਦਿੱਤੀ ਆ Yeah. ਉਹਨਾਂ ਦੀ ਇਮੀਗ੍ਰੇਸ਼ਨ ਸੋਰਟ ਆਊਟ ਕਰ ਦਿੱਤੀ ਆ Yes. ਉਹਨਾਂ ਦੇ ਨਿਆਣੇ ਸੇਫ ਆ Safe ਆ। ਤਾਂ ਫਿਰ ਅਸੀਂ Yeah. ਕੇਸ ਬੰਦ ਕਰ ਦਈਦਾ ਆ ਜੀ। ਸੋ ਅਸੀਂ ਉਹਨਾਂ ਨੂੰ ਮੁੜ ਕੇ empower ਕਰਦੇ ਕਿ ਤੁਸੀਂ ਵੀ ਥੋੜਾ ਸਿੱਖੋ Yes. ਕਿ ਤੁਸੀਂ ਆਪਣੇ ਪੈਰ ਆਪ ਤੇ ਕਿੱਦਾਂ ਵਿੱਚ ਖੜੇ strong ਹੋਣਾ ਆ ਬਣੋ ਵੀ ਇਹ Yeah. ਚੀਜ਼ਾਂ ਦਾ ਸਾਹਮਣਾ ਕਿੱਦਾਂ ਕਰਨਾ ਆ ਹਾਂਜੀ। ਜਾਂ ਕੀ ਹੈਗਾ ਸਾਰਾ ਮਤਲਬ ਤੁਹਾਡੇ ਵੱਲੋਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਆ ਹਾਂਜੀ। ਉਹਨਾਂ ਨੂੰ ਸਾਰਾ ਕੁਝ ਦੱਸਿਆ ਜਾਂਦਾ ਹੈ ਸਾਰੀਆਂ ਗੱਲਾਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਹਾਂਜੀ ਤੇ ਕਦੀ ਐਦਾਂ ਵੀ ਹੋਇਆ ਵੀ ਇੰਨਾ ਜ਼ਿਆਦਾ ਇਹ ਅਬਿਊਜ਼ ਹੁੰਦਾ ਆ ਇੰਨਾ ਮਾਰਕੁੱਟ ਜ਼ਿਆਦਾ ਹੁੰਦਾ ਆ ਪਰ ਕੋਈ ਕੁੜੀ ਬਾਹਰ ਆ ਕੇ ਆਵਾਜ਼ ਨਹੀਂ ਉਠਾ ਸਕਦੀ ਦੱਸ ਨਹੀਂ ਸਕਦੀ ਤੁਹਾਨੂੰ ਕੋਈ ਨੇਬਰਸ ਨੇ ਕਿਸੇ ਗੁਆਂਢੀਆਂ ਨੇ ਫੋਨ ਕਰਕੇ ਜੇ ਤੁਹਾਨੂੰ ਕਿਹਾ ਵੀ ਚਲੋ ਆਹ ਚੀਜ਼ ਹੋ ਰਹੀ ਆ ਫਿਰ ਉਹ ਤੁਸੀਂ ਯਕੀਨ ਕਰਦੇ ਹੋ ਜਿਹੜੇ ਨੇਬਰਸ ਵੀ ਸਾਨੂੰ ਕੁਝ ਦੱਸਦੇ ਆ ਸੋ ਆਬਵੀਅਸਲੀ ਪੁਲਿਸ ਸੇਫ ਐਂਡ ਵੈਲ ਚੈੱਕਸ ਕਰ ਸਕਦੀ ਹੈ Yeah. ਸੋ ਜੇ ਸਾਨੂੰ ਕਿਸੇ ਸਿਚੁਏਸ਼ਨ ਦੀ ਕੋਈ ਸ਼ੱਕ ਆ ਪਰ ਜੀ। ਪਰਸਨ ਸਾਡੇ ਕੋਲ ਡਾਇਰੈਕਟਲੀ ਨਹੀਂ ਆਇਆ ਹੈਗਾ ਜੀ ਤਾਂ ਫਿਰ ਅਸੀਂ ਪੁਲਿਸ ਨੂੰ ਇਨਫੋਰਮ ਕਰ ਸਕਦੇ ਪੁਲਿਸ ਜਾ ਕੇ ਸੇਫ ਐਂਡ Safe ਵੈਲ ਚੈੱਕ ਕਰ check ਕਰ ਸਕਦੇ ਕਿ ਸਕਦੀ ਇਹ ਜਿਹੜੇ ਇਨਸਾਨ ਆ ਉਹਦੇ ਨਾਲ ਪਾਸੇ ਕਰਕੇ ਗੱਲ ਕਰ Yes, ਸਕਦੇ ਆ ਹਾਂ, ਪੁੱਛਿਆ ਕਿ ਜਾਵੇ। ਠੀਕ ਹੈਗਾ ਆ ਕੋਈ Yeah. ਸਿਚੁਏਸ਼ਨ ਹੈਗੀ ਆ Yeah. ਤਾਂ ਕਈ ਇੰਸਟੈਂਸਸ ਹੋਏ ਆ ਜਦੋਂ ਪਤਾ ਲੱਗਦਾ ਹੈ ਪੁਲਿਸ ਜਾਂਦੀ ਹੈ ਕਿ ਐਕਚੁਅਲੀ ਯੈਸ ਇਹਨੂੰ ਕੁੱਟਮਾਰ ਪਈ ਆ Yes, ਹੋਇਆ ਹੈਗਾ ਤਾਂ ਫਿਰ ਕੁਛ। ਉਹ ਫਿਰ ਪੁਲਿਸ ਕੱਢ ਲਿਆਉਂਦੀ ਉਹਨਾਂ ਨੂੰ ਜੀ ਤੇ ਮੈਂ ਨਰਿੰਦਰ ਤੁਹਾਨੂੰ ਲਾਸਟ ਦੇ ਵਿੱਚ ਇੱਕ ਮੈਸੇਜ ਜ਼ਰੂਰ ਲੈਣਾ ਚਾਹੁੰਦੀ ਹਾਂ ਸਾਡੀਆਂ ਜਿੰਨੀਆਂ ਵੀ ਲੇਡੀਜ਼ ਸਾਡੀਆਂ ਫੀਮੇਲ ਕੁੜੀਆਂ ਹੈਗੀਆਂ ਯੰਗ ਹੈਗੀਆਂ ਮੈਰਿਡ ਹੈਗੀਆਂ ਉਹਨਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਹੋ ਸੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਿਸੇ ਇੱਕ ਇਨਸਾਨ ਕੋਲ ਕੋਈ ਹੱਕ ਹੈ ਨਹੀਂਗਾ ਦੂਸਰੇ ਇਨਸਾਨ ਤੇ ਹੱਥ ਚੱਕਣਾ ਕਿ ਜੇ ਤੁਹਾਡੇ ਨਾਲ ਕੋਈ ਗਲਤ ਵਰਤਾਅ ਕਰਦਾ ਆ ਤੁਹਾਨੂੰ ਤੰਗ ਕਰਦਾ ਆ ਤੁਹਾਨੂੰ ਧਮਕੀਆਂ ਦਿੰਦਾ ਆ ਕੁੱਟਦਾ ਮਾਰਦਾ ਆ ਕਿ ਅਸੀਂ ਹੈਗੇ ਆ ਤੁਹਾਡੇ ਲਈ ਹੈਲਪ ਕਰਨ ਨੂੰ ਜੇ ਅਸੀਂ ਤੁਸੀਂ ਵੈਸਟ ਮਿਡਲੈਂਡਸ ਵਿੱਚ ਨਹੀਂ ਰਹਿੰਦੇ ਹੈਗੇ ਸਾਡੇ ਕੋਲ ਕਈ ਵਾਰੀ ਸਕਾਟਲੈਂਡ ਤੱਕ ਵੀ ਲੋਕਾਂ ਦੀਆਂ ਕੋਲਾਂ ਆਉਂਦੀਆਂ ਆ ਅਸੀਂ ਕਦੇ ਕਿਸੇ ਨੂੰ ਨਾ ਨਹੀਂ ਕੀਤੀ ਜੇ ਅਸੀਂ ਤੁਹਾਨੂੰ ਸਪੋਰਟ ਨਹੀਂ ਕਰ ਸਕਦੇ ਤੁਸੀਂ ਵੈਸਟ ਮਿਡਲੈਂਡਸ ਤੋਂ ਬਾਹਰ ਆ ਅਸੀਂ ਤੁਹਾਡੇ ਲਾਗੇ ਜੇ ਕੋਈ ਸਰਵਿਸ ਹੈਗੀ ਆ ਉਹਨਾਂ ਦਾ ਪਤਾ ਕਰਕੇ ਤੁਹਾਨੂੰ ਦੱਸ ਸਕਦੇ ਆ ਸੋ ਸਿੱਖ ਵੂਮਨਸ ਐਕਸ਼ਨ ਨੈਟਵਰਕ ਨੰਬਰ ਆਈ ਨੋ ਸ਼ੋਅ ਤੇ ਸ਼ੇਅਰ ਕੀਤਾ ਜਾਣਾ ਆ ਪਰ one of the numbers is 07 525 900 648 so if you can share ਇਸ the ਨੰਬਰ ਤੇ number ਤੁਸੀਂ ਇਹ ਫੋਨ ਕਰ ਸਕਦੇ ਹੋ ਹਾਂਜੀ। ਤੁਹਾਡੇ ਕੋਲ ਹੈਲਪ ਲੈ ਸਕਦੇ ਹਾਂਜੀ। ਬਾਕੀ ਜਿੰਨੇ ਵੀ ਫੋਨ ਨੰਬਰਸ ਹੋਣਗੇ ਜਿੰਨਾ ਵੀ ਸਾਰੀਆਂ ਡਿਟੇਲਸ ਹੋਣਗੀਆਂ ਅਸੀਂ ਇਹ ਸ਼ੋਅ ਦੇ ਵਿੱਚ ਸਭ ਕੁਝ ਦਿਖਾਇਆ ਜਾਏਗਾ ਜੇਕਰ ਤੁਸੀਂ ਕਦੀ ਵੀ ਕੋਈ ਹੈਲਪ ਚਾਹੁੰਦੇ ਹੋ ਕੁਝ ਵੀ ਹੋ ਤੇ ਤੁਸੀਂ ਇਹਨਾਂ ਨੰਬਰਾਂ ਤੇ ਵੀ ਕਾਲ ਕਰ ਸਕਦੇ ਹੋ ਇਹ ਤਾਂ ਸੀ ਸਾਡਾ ਅੱਜ ਦਾ ਜਿਹੜਾ ਟੌਪਿਕ ਡੋਮੈਸਟਿਕ ਵਾਇਲੈਂਸ ਦਾ ਨਰਿੰਦਰ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਆਏ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ ਤੇ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਸਾਡੇ ਨਾਲ ਸ਼ੇਅਰ ਕੀਤੀ ਮੇਰੇ ਖਿਆਲ ਦੀ ਬਹੁਤ ਹੀ ਜ਼ਿਆਦਾ ਸਾਡੀਆਂ ਲੇਡੀਜ਼ so ਨੂੰ one more thing ਜੀ ਹਾਂਜੀ so ਬਿਲਕੁਲ can I just say ਕਿ ਕਈ ਵਾਰੀ ਹੈ ਨਾ ਜਦੋਂ ਕੋਈ ਸਾਨੂੰ ਫੋਨ ਕਰਦਾ ਆ ਜੀ ਉਹਨਾਂ ਨੂੰ ਪਹਿਲੀ ਵਾਰੀ ਫੋਨ ਕਰਨਾ ਵੀ ਬਹੁਤ ਔਖਾ ਹੁੰਦਾ ਆ ਯੈਸ ਸੋ ਅਸੀਂ ਕਦੇ ਕਿਸੇ ਨੂੰ ਕਹਿੰਦੇ ਨਹੀਂ ਹੁੰਦੇ ਕਿ ਤੁਸੀਂ ਘਰੋਂ ਨਿਕਲੋ ਰਾਈਟ ਅਸੀਂ ਉਹਨਾਂ ਨੂੰ ਐਡਵਾਈਸ ਦੇਈਦੀ ਆ ਜੀ। ਸੋ ਜੇ ਕਿਸੇ ਨੇ ਕਦੇ ਗੱਲ ਕਰਕੇ ਸਲਾਹ ਲੈਣੀ ਆ ਜੀ ਹਨਾ ਅਸੀਂ ਸਲਾਹ ਵੀ ਦੇ ਦਿੰਦੇ ਆ ਕਿ ਲੋਕ ਆਹਾ ਹੋ ਸਕਦਾ ਆ Yeah. ਆ ਤੁਸੀਂ ਕਰ ਸਕਦੇ ਸਾਨੂੰ ਬਹੁਤ ਫੋਨ ਕਾਲਸ ਇੱਦਾਂ ਵੀ ਆਉਂਦੇ ਆ ਜੀ ਜੇ ਉਹ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਸਾਡੀ ਸਲਾਹ ਲੈਣੀ ਚਾਹੁੰਦੀ ਮੇਰਾ ਆ ਸਿਚੁਏਸ਼ਨ ਮੈਨੂੰ ਪਤਾ ਨਹੀਂ ਲੱਗਦਾ ਕੀ ਜੇ ਕਰਾਂ? ਮੈਂ Yeah. ਮਦਦ ਮੰਗਾ ਕੀ ਹੋਊਗਾ ਕੀ Yes. ਨਹੀਂ ਸੋ ਐਂਡ ਆਫ ਦ ਡੇ ਡਿਸੀਜਨ ਨਿਕਲਣ ਦਾ ਤੁਹਾਡਾ ਹੋਣਾ ਆ ਹਾਂਜੀ ਤੁਸੀਂ ਅਸੀਂ ਸਿਰਫ ਗਾਈਡ ਕਰਦੇ ਹੋ guide ਹੀ ਸਲਾਹ ਕਰਨਾ ਦਿੰਦੇ ਆ ਹੈ। ਮਤਲਬ ਚੋਇਸ ਉਹਨਾਂ ਦੀ ਹੁੰਦੀ ਉਹਨਾਂ ਨੇ ਕਿਹੜੀ ਚੋਇਸ ਕੀ ਪਿਕ ਐਂਡ ਚੂਜ਼ ਕੀ ਕਰਨਾ ਹੈਗਾ ਹਾਂਜੀ, ਆ yeah. ਥੈਂਕ ਯੂ ਸੋ ਮਚ ਨਰਿੰਦਰ ਇਹ ਤਾਂ ਸੀ ਅੱਜ ਦਾ ਜਿਹੜਾ ਸਾਡਾ ਐਪੀਸੋਡ ਡੋਮੈਸਟਿਕ ਵਾਇਲੈਂਸ ਦੇ ਬਾਰੇ ਜਿਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਤੁਹਾਨੂੰ ਕਦੀ ਵੀ ਕਿਸੇ ਵੀ ਚੀਜ਼ ਤੋਂ ਗੱਲ ਤੋਂ ਡਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਸਾਰੀਆਂ ਹੈਲਪਲਾਈਨਸ ਤੁਹਾਡੇ ਸਾਹਮਣੇ ਹੈਗੀਆਂ ਆ ਸਾਰੇ ਨੰਬਰਸ ਤੁਹਾਡੇ ਸਾਹਮਣੇ ਸਾਰਾ ਤੁਸੀਂ ਕੋਈ ਵੀ ਨੰਬਰ ਵਗੈਰਾ ਡਾਲ ਕਰ ਸਕਦੇ ਹੋ ਇਸ ਕੰਟਰੀ ਵਿੱਚ ਇਹੀ ਤਾਂ ਇੱਕ ਫਾਇਦਾ ਆ ਕਿ ਸਾਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਆ ਇਹ ਸੀ ਕਹਾਣੀ ਜ਼ਿੰਦਗੀ ਦੀ ਅਗਲੇ ਹਫਤੇ ਇੱਕ ਵਾਰੀ ਫਿਰ ਮੇਰੀ ਤੇ ਤੁਹਾਡੀ ਮੁਲਾਕਾਤ ਹੋਏਗੀ ਕਹਾਣੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ